ਜੋ ਚੱਲ ਰਹੀ ਲੜੀਵਾਰ ਇਤਿਹਾਸ ਦੀ ਵਿਚਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਕੇ ਮਦੀਨੇ ਦੇ ਪਾਵਨ ਉਹਨਾਂ ਸਥਾਨਾਂ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹੋਏ ਹਨ। ਭਾਈ ਮਰਦਾਨਾ ਜੀ ਸੰਗ ਹਨ। ਆਓ ਪਾਵਨ ਪਵਿੱਤਰ ਵਿਚਾਰ ਪ੍ਰਾਰੰਭ ਕਰੀਏ। ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਜਿਨ੍ਹਾਂ ਨੇ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਮੁਬਾਰਕ ਗੁਰੂ ਸ਼ਬਦ ਨੂੰ ਕਮਾਇਆ ਹੈ। ਗੁਰੂ ਸ਼ਬਦ ਨੂੰ ਕਮਾ ਕੇ ਜਿਨ ਮਿਲ ਮਾਰੇ ਪੰਚ ਸੂਰ ਵੀ ਰਹਿਸੋ ਕੌਣ ਬਲੀਰੇ, ਇਹਨਾਂ ਪੰਜਾਂ ਵਕਾਰਾਂ ਨੂੰ ਜਿੱਤ ਲਿਆ ਹੈ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਉਹਨਾਂ ਮਹਾਨ ਦੇਵੀ ਆਤਮਾ ਨੂੰ, ਉਹਨਾਂ ਮਹਾਨ ਸੰਤਾਂ ਨੂੰ ਮੇਰੀ ਸदैव ਨਮਸਕਾਰ ਹੋਵੇ। ਭਾਈ ਜੀ ਇੱਥੇ ਅਧਿਆਇ ਪ੍ਰਾਰੰਭ ਕਰਨ ਤੋਂ ਪਹਿਲਾਂ ਉਹਨਾਂ ਮਹਾਨ ਦੇਵੀ ਆਤਮਾ ਨੂੰ ਨਮਸਕਾਰ ਕਰਦੇ ਹਨ। ਕਬਿਤ ਸੁਨੋ ਗੁਰੂ ਅੰਗਦ ਜੀ ਆਗੇ ਪੁੰਨ ਕਥਾ ਅਬ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਬਿਆਨ ਕਰਦੇ ਹਨ। ਕਹਿੰਦੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਓ, ਅੱਗੇ ਪਾਵਨ ਕਥਾ ਸਰਵਣ ਕਰੋ। ਬੈਠੇ ਜਗਤੇਸ਼ ਕੋ ਘਟੀ ਤਹਿ ਥਾਨ ਹੈ। ਘੜੀ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਥਾਂ ਜਾ ਕੇ ਬੈਠ ਗਏ। ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ ਤਬ। ਦੀਨਾਂ ਨੂੰ ਦਾਨ ਦੇਣ ਵਾਲੇ, ਦੀਨ ਦੁਖੀਆਂ ਦੇ ਉੱਪਰ ਦਾਨ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਬਚਨ ਉਚਾਰਦੇ ਹਨ। ਦੇਖ ਮਰਦਾਨੇ ਜਾਂ ਕੋ ਚਾਹਿਤ ਮਹਾਨ ਹੈ। ਦੇਖ ਲੈ ਮਰਦਾਨਿਆਂ, ਤੂੰ ਬਹੁਤ ਇੱਛਾ ਤੇਰੇ ਚਿੱਤ ਦੇ ਅੰਦਰ ਸੀ। ਕਈ ਵਾਰ ਤੂੰ ਸਾਨੂੰ ਕਿਹਾ ਸੀ ਵੀ ਇਸ ਥਾਂ ਤੇ ਅਸਾਂ ਆਉਣਾ ਹੈ। ਉੱਠ ਮਰਦਾਨਿਆ, ਉੱਠ ਕੇ ਤੂੰ ਤੇਰਾ ਜਿੱਥੇ ਤੱਕ ਚਿੱਤ ਕਰਦਾ ਹੈ ਤੂੰ ਜਾ ਕੇ ਉਹ ਅਸਥਾਨ ਵੇਖਿਆ। ਸ਼੍ਰੀ ਪ੍ਰਭ ਪਨੀਤ ਇਹ ਚਾਰੋਂ ਦਿਸ ਭੀਤ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲੋਂ ਉੱਠ ਕੇ ਥੋੜਾ ਜਿਹਾ ਅਗਾਂਹ ਨੂੰ ਹੋ ਕੇ ਭਾਈ ਮਰਦਾਨਾ ਜੀ ਲੱਗੇ ਕਹਿਣ, ਪਾਤਸ਼ਾਹ ਆ ਤੇ ਸਾਰੇ ਪਾਸੇ ਕੰਧ ਕੀਤੀ ਹੋਈ ਹੈ, ਵੇਖਾਂ ਕੀ ਇਹ ਭੀਤ ਇਹਨਾਂ ਨੇ ਦੀਵਾਰ ਕੀਤੀ ਹੋਈ ਹੈ। ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਨੈ। ਇਹਦੇ ਅੰਦਰ ਪਤਾ ਨਹੀਂ ਪਿਆ ਲੱਗਦਾ ਇਹ ਤੁਰਕਾਂ ਨੇ ਕੀ ਕੀਤਾ ਹੈ। ਕੈਸੀ ਇਹ ਰੀਤ ਕਾਂਕੋ ਪੂਜੇ ਕਰ ਪ੍ਰੀਤ ਨਰ। ਇਹ ਪੂਜ ਕਿਸ ਨੂੰ ਰਹੇ ਹਨ? ਇੱਥੇ ਤਾਂ ਕੰਧ ਕੀਤੀ ਹੋਈ ਹੈ, ਕਿਸ ਥਾਂ ਨੂੰ ਇਹ ਪੂਜ ਰਹੇ ਹਨ ਪ੍ਰੀਤ ਕਰਕੇ? ਮੋਕੋ ਤੋਂ ਅਨੀਤ ਸੀ ਪੁਰਤ ਪਾਜਵਾਨ। ਤਾਂ ਮੈਨੂੰ ਇਹਨਾਂ ਦਾ ਥੋੜਾ ਕੋਈ ਪਾਖੰਡ ਜਿਹਾ ਜਾਪਦਾ ਹੈ। ਇਹ ਕੀ ਕਰ ਰਹੇ ਹਨ? ਦੇਖੋ ਮਦ ਜਾਓ ਜੈਸੇ ਬਨਿਓ ਹੈ ਬਣਾਓ ਜਾਂ ਕੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਜੀ ਨੂੰ ਲੱਗੇ ਕਹਿਣ, ਮਰਦਾਨਿਆ ਅਗਾਂਹ ਤਾਂ ਹੋ, ਤੂੰ ਪਿਛਾ ਖਲੋਤਾ ਹੈ। ਤੂੰ ਅਗਾਂਹ ਹੋ ਕੇ ਅੰਦਰ ਜਾ ਕੇ ਤੱਕ ਕੇ ਆ। ਬੈਨ ਸੁਨ ਚਲਿਓ ਮਰਦਾਨਾ ਹੁਲ ਸਾਏ ਕੇ। ਬਚਨ ਸੁਣ ਕੇ ਭਾਈ ਮਰਦਾਨਾ ਜੀ ਥੋੜਾ ਅਗਾਂਹ ਨੂੰ ਹੋਏ ਹਨ। ਗਇਓ ਜਬ ਪੋਰ ਤਾਂ ਬੈਸੇ ਹੈ ਮਜੋਰ। ਜਿਸ ਵਕਤ ਭਾਈ ਮਰਦਾਨਾ ਜੀ ਪੌੜ ਤੱਕ ਗਏ, ਅਗਾਂਹ ਨੂੰ ਹੋਏ, ਪੌੜੀਆਂ ਲੱਗੇ ਚੜਨ ਅਗਾਂਹ ਹੋ ਕਰਕੇ ਕਹੇ ਇਹਾਂ ਕਾਰ ਕਾਜ ਜੋ ਆਗੇ ਕਰੈ ਜਾਏ ਕੈ। ਜਿਹੜੇ ਉਥੋਂ ਦੇ ਮੀਆਂ ਜੀ ਸਨ ਜਾਂ ਕਾਜ਼ੀ ਜਿਹੜੇ ਸਨ ਜਾਂ ਪੁਜਾਰੀ ਸ਼ਬਦ ਵਰਤ ਲਈਏ, ਜਿਹੜੇ ਮਜੌਰ ਉਥੋਂ ਦੇ ਸਨ, ਉਹਨਾਂ ਨੇ ਵੇਖ ਕੇ ਭਾਈ ਮਰਦਾਨਾ ਜੀ ਵੱਲ ਕਹਿੰਦੇ ਤੂੰ ਇਥੋਂ ਹੀ ਕਰ ਲੈ, ਜਿਵੇਂ ਤੇਰਾ ਚਿੱਤ ਹੈ। ਤੂੰ ਨਮਸਕਾਰ ਜੋ ਕਰਨ ਆਇਆ ਹੈ ਤੂੰ ਇੱਥੋਂ ਹੀ ਤੂੰ ਕਰ ਲੈ, ਅਗਾਂਹ ਜਾ ਕੇ ਕੀ ਕਰੇਗਾ? ਹੋ ਤੋਂ ਤੁਰਕ ਮੋਕੋ ਆਗੇ ਕਿਉਂ ਨਾ ਜਾਣਦੇ ਹੋ। ਭਾਈ ਮਰਦਾਨਾ ਜੀ ਲੱਗੇ ਕਹਿਣ ਵੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਵੱਡੇ ਮੁਸਲਮਾਨ ਹੋ। ਮੈਂ ਵੀ ਤਾਂ ਤੁਰਕ ਭਾਵ ਮੁਸਲਮਾਨ ਹਾਂ, ਤੁਸੀਂ ਮੈਨੂੰ ਕਿਉਂ ਨਹੀਂ ਤੁਸੀਂ ਅਗਾਂਹ ਨੂੰ ਜਾਣ ਦਿੰਦੇ? ਦਰਸ ਪਰ ਸਹਾਟੇ ਆਵੋ ਸੁਖ ਪਾਏ ਕੈ। ਮੈਂ ਵੀ ਦੂਰ ਦਰਾਡੇ ਤੋਂ ਆਇਆ ਹਾਂ, ਬਾਕੀ ਹਾਜੀਆਂ ਦੀ ਤਰ੍ਹਾਂ ਮੈਂ ਵੀ ਆਇਆ ਹਾਂ। ਮੇਰੇ ਚਿੱਤ ਦੀ ਵੀ ਇੱਛਾ ਹੈ ਦੀਦਾਰ ਦੀ, ਮੈਂ ਇੱਥੋਂ ਤੱਕ ਪਹੁੰਚਿਆ ਹਾਂ।
ਦੇਖਨ ਰਜਾਏ ਨਹੀਂ ਹਮਉ ਤੇ ਜਾਏ ਤਾਹਾਂ। ਅੱਗੋਂ ਉਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਹੁਕਮ ਨਹੀਂ, ਅਸੀਂ ਤੈਨੂੰ ਅਗਾਂਹ ਨੂੰ ਤੋਰ ਸਕੀਏ। ਜਾਪਦਾ ਨਹੀਂ, ਕਿਉਂਕਿ ਤੇਰੇ ਕੋਲੋਂ ਅਸੀਂ ਤੈਨੂੰ ਇੱਥੇ ਹੀ ਵਰਜ, ਤੈਨੂੰ ਇੱਥੇ ਹੀ ਰੋਕ ਰਹੇ ਹਾਂ। ਆਖੇ ਦੋ ਬੰਦੇ ਕਰ ਬੰਦ ਸੀਸ ਨਾਇਕੈ। ਤੈਨੂੰ ਅਸੀਂ ਇੱਥੋਂ ਤੱਕ ਹੀ ਜਾਣ ਦਵਾਂਗੇ, ਤੇਰੇ ਅੱਖਾਂ ਉੱਪਰ ਪੱਟੀ ਬੰਨ ਕੇ। ਐਸੇ ਸੁਨ ਬੈਨ ਮੋਰ ਜਾਣੇ ਹਟ ਆਇਓ ਟਿਗ। ਇਹ ਬਚਨ ਸੁਣ ਕੇ, ਗੱਲਾਂ ਬਾਤਾਂ ਸੁਣ ਕੇ ਪੁਜਾਰੀਆਂ ਨੇ ਰਸਤੇ ਵਿੱਚੋਂ ਰੋਕ ਦਿੱਤਾ। ਭਾਈ ਮਰਦਾਨਾ ਜੀ ਹੁਣ ਮੜੇ ਮੁਰਝਾਏ ਵੀ ਇੰਨੀ ਦੂਰ ਅਸੀਂ ਮੰਜ਼ਲਾਂ ਮਾਰਦੇ ਪਾਤਸ਼ਾਹ ਜੀ ਦੇ ਨਾਲ ਮੈਂ ਆਇਆ ਹਾਂ। ਮੈਂ ਤਾਂ ਬੜਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਬੜੀ ਜਿੱਦ ਜੀ ਕਰਕੇ ਮਹਾਰਾਜ ਜੀਆਂ ਨੂੰ ਬੇਨਤੀ ਕਰ ਕਰਕੇ ਇਸ ਪਾਸੇ ਲੈ ਕੇ ਆਇਆ ਹਾਂ। ਜੇ ਸਤਿਗੁਰੂ ਜੀ ਨੇ ਇੱਥੋਂ ਤੱਕ ਲੈ ਕੇ ਵੀ ਆਏ ਤੇ ਜਾਂ ਨਾ ਮੈਨੂੰ ਅਗਾਂਹ ਨੂੰ ਜਾਣ ਦਿੱਤਾ ਤਾਂ ਮੈਂ ਫਿਰ ਇਹਨਾਂ ਥਾਵਾਂ ਦੇ ਦੀਦਾਰ ਕਰਨ ਤੋਂ ਬਿਨਾਂ ਚਲਾ ਜਾਵਾਂਗਾ। ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ। ਜਦੋਂ ਵੇਖਿਆ ਵੀ ਚਿਹਰਾ ਉਤਰਿਆ ਹੋਇਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਸਕਰਾਉਂਦੇ ਹਨ ਵੇਖ ਕੇ ਭਾਈ ਮਰਦਾਨਾ ਜੀ ਵੱਲ। ਕੀ ਗੱਲ ਹੋਈ ਮਰਦਾਨਿਆ, ਕਿਉਂ ਤੇਰਾ ਚਿਹਰਾ ਉਤਰਿਆ ਹੋਇਆ ਹੈ? ਕਹੇ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਾਹਾਂ। ਪਾਤਸ਼ਾਹ ਤੁਸਾਂ ਕਹਿ ਦਿੱਤਾ ਜਾ ਮਰਦਾਨਿਆ ਵੇਖਿਆ, ਇਹ ਮੈਨੂੰ ਅਗਾਂਹ ਨੂੰ ਨਹੀਂ ਜਾਣ ਦਿੰਦੇ। ਪਾਤਸ਼ਾਹ ਜੀ ਇਹ ਤਾਂ ਮੈਨੂੰ ਪੌੜੀਆਂ ਤੋਂ ਹੀ ਇਹਨਾਂ ਨੇ ਪਿਛਾਂਹ ਨੂੰ ਤੋਰ ਦਿੱਤਾ ਹੈ। ਜਾਏ ਜੇ ਮੋਜੋਰ ਨੈਣ ਬਾਂਦੇ ਡੀਠ ਹਾਨ ਕੋ। ਤੇ ਜੇ ਕਹਿੰਦੇ ਨੇ ਜਾਣਾ ਹੈ ਤੇ ਕਹਿੰਦੇ ਅੱਖਾਂ ਉੱਪਰ ਪੱਟੀ ਬੰਨ ਕੇ ਜਾ। ਇਹ ਇੱਥੋਂ ਤੱਕ ਮੈਂ ਆਇਆ ਤਾਂ ਹਾਂ, ਇਹ ਮੈਨੂੰ ਇਸ ਪ੍ਰਕਾਰ ਨਾਲ ਤੋਰਦੇ ਹਨ। ਸੰਗ ਤੁਮ ਆਏ ਬਿਨਾ ਦੇਖੇ ਇਹ ਜਾਵੇਂ ਅਬ। ਪਾਤਸ਼ਾਹ ਨਾਲ ਤੁਹਾਡੇ ਆਇਆ ਹਾਂ, ਜੇ ਬਿਨਾ ਵੇਖਿਆ ਹੀ ਚਲਾ ਗਿਆ। ਰਹੇ ਪਛਤਾਵੋ ਪੇਦ ਹੋਏ ਨਾ ਲਖਾਨ ਕੋ। ਸਤਿਗੁਰੂ ਜੀ ਫਿਰ ਵੱਡਾ ਮੇਰੇ ਹਿਰਦੇ ਅੰਦਰ ਵੱਡਾ ਪਛਤਾਵਾ ਰਵੇਗਾ ਵੀ ਮੈਂ ਤਾਂ ਏਦਾਂ ਖਾਲੀ ਹੱਥੀ ਇੱਥੋਂ ਚਲਾ ਗਿਆ। ਜੇ ਇੱਥੋਂ ਤੱਕ ਆਇਆ ਵੀ ਤੇ ਆ ਕੇ ਮੈਂ ਨਾ ਇੱਥੋਂ ਦੇ ਸਾਰੇ ਦੀਦਾਰ ਆਦਿ ਕੀਤੇ ਤਾਂ ਮੇਰੇ ਹਿਰਦੇ ਅੰਦਰ ਵੱਡਾ ਪਛਤਾਵਾ ਰਵੇਗਾ। ਫੇਰ ਕਬ ਦੇਖੋ ਜੇ ਨਾ ਅਬ ਦੇਖਿਓ ਜਾਏ ਪ੍ਰਭ। ਫੇਰ ਪਤਾ ਨਹੀਂ ਇੱਥੋਂ ਤੱਕ ਦੁਬਾਰਾ ਕਿਹੜੇ ਜਨਮ ਵਿੱਚ ਆਉਣ ਮਿਲਣਾ ਹੈ, ਆਉਣਾ ਵੀ ਹੈ ਜਾਂ ਨਹੀਂ ਆਉਣਾ, ਫਿਰ ਕਦੋਂ ਮੈਂ ਇੱਥੇ ਆਵਾਂਗਾ। ਮੋਕੋ ਦੇਖ ਰਾਏ ਪੁੰਨ ਕੀਜੇ ਪ੍ਰਸਥਾਨ ਕੋ। ਪਾਤਸ਼ਾਹ ਕੋਈ ਬਣਾਓ ਖਾਂ ਬਿਦ, ਮਹਾਰਾਜ ਸੱਚੇ ਪਾਤਸ਼ਾਹ ਕੋਈ ਤੁਸੀਂ ਬਿਦ ਬਣਾਓ ਮੈਂ ਦੀਦਾਰ ਕਰ ਸਕਾਂ। ਸਵਈਆ ਦੇਖਨ ਚਾਏ ਬੇਸਾਲ ਈਤੀ ਤੁਜ ਜਾਏ ਪੇਖੋ ਅਬ ਕੀ ਮਰਦਾਨਾ। ਇਹ ਭਾਈ ਮਰਦਾਨਾ ਜੀ ਚਾਹਨਾ ਹੈ ਵੇਖਣ ਦੀ ਜਾਓ, ਤੁਹਾਨੂੰ ਕੌਣ ਰੋਕ ਸਕਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਨੇ। ਭਾਈ ਮਰਦਾਨਾ ਜੀ ਚਾਹਨਾ ਹੈ ਤੁਹਾਡੀ, ਤੁਸੀਂ ਆਏ ਹੋ, ਕੋਈ ਗੱਲ ਨਹੀਂ ਤੁਸੀਂ ਹੁਣ ਜਾਓ। ਦੇਖ ਸਕੇ ਨਾ ਮੁਜਾਵਰ ਤੋਏ ਕੋ ਅੰਤਰ ਜਾਓ ਨਿਸ਼ੰਕ ਸੁਜਾਨਾ। ਤੂੰ ਨਿਸ਼ੰਕ ਹੋ ਕੇ, ਤੈਨੂੰ ਇਹ ਮੁਜਾਵਰ ਨਹੀਂ ਵੇਖ ਸਕਣਗੇ, ਤੂੰ ਨਿਸ਼ੰਕ ਹੋ ਕੇ ਅੰਦਰ ਜਾ। ਆਇਸ ਤਾਰ ਲਈ ਸਿਰ ਪੈ ਸੁਨ ਬੈਨ ਵਡੋ ਮਨ ਮੈਂ ਹਰ ਖਾਨਾ। ਆਇਸ ਆਗਿਆ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਸੁਣ ਕੇ ਜਦੋਂ ਸਤਿਗੁਰੂ ਮਹਾਰਾਜ ਜੀਆਂ ਨੇ ਆਗਿਆ ਕਰ ਦਿੱਤੀ, ਭਾਈ ਮਰਦਾਨਾ ਸਾਹਿਬ ਜੀ ਚੱਲ ਪਏ। ਤੂੰ ਮਹਾਰਾਜ ਜੀਆਂ ਨੇ ਬਚਨ ਕਹਿ ਦਿੱਤੇ ਜਾ ਮਰਦਾਨਿਆ ਹੁਣ ਤੂੰ ਦੀਦਾਰ ਪਾਇਆ ਵੇਖਿਆ। ਮਨ ਦੇ ਅੰਦਰ ਭਾਈ ਮਰਦਾਨਾ ਜੀ ਅਤਿਅੰਤ ਪ੍ਰਸੰਨ ਹੋਏ। ਅੰਤਰ ਤਾਏ ਪਰਵੇਸ਼ ਕਰਾ ਸਭ ਅੰਧ ਪਾਏ ਨੇ ਕਾਉ ਲਖਾਨਾ। ਅੰਦਰ ਜਿਸ ਵਕਤ ਚਲੇ ਗਏ ਭਾਈ ਮਰਦਾਨਾ ਜੀ, ਕਿਸੇ ਨੇ ਵੀ ਭਾਵ ਨਾ ਵਰਜਿਆ, ਕੋਈ ਕਿਸੇ ਨੂੰ ਨਾ ਭਾਈ ਮਰਦਾਨਾ ਜੀ ਦਿਖਾਈ ਦਿੱਤੇ। ਸਵਈਆ ਅੰਤਰ ਜਾਏ ਕੇ ਦੇਖਤ ਕਿਆ ਇਕ ਪਾਨ ਮੂਰਤ ਪੂਰ ਤਰੀ। ਜਿਸ ਵਕਤ ਅੰਦਰ ਗਏ ਜਾ ਕੇ ਕੀ ਵੇਖਦੇ ਨੇ ਕਿ ਅੰਦਰ ਤਾਂ ਇੱਕ ਪਾਹਣ ਹੈ, ਪੱਥਰ ਹੈ, ਜਿਹਨੂੰ ਜਾ ਕੇ ਸਾਰੇ ਚੁੰਮਦੇ ਨੇ ਉਸ ਪੱਥਰ ਨੂੰ। ਜਦੋਂ ਜਿਸ ਵਕਤ ਉਸ ਥਾਂ ਤੇ ਅੰਦਰ ਗਏ, ਤੂਸ਼ਨ ਹੋ ਨਿਕ ਸਾਤਾ ਬਹੀ ਟਿਗ ਆਇਓ ਤਬੇ ਜਹ ਬੈਠੇ ਹਰੀ।
ਅੰਦਰੋਂ ਵੇਖ ਕਰਕੇ ਤੇ ਬਾਹਰ ਨੂੰ ਭਾਈ ਮਰਦਾਨਾ ਸਾਹਿਬ ਜੀ ਆ ਗਏ ਵੀ ਇੱਥੇ ਵੀ ਪੱਥਰ ਪੂਜਦੇ ਹਨ। ਬਾਹਰ ਤਾਂ ਚਲੋ ਹੋਰ ਤਾਂ ਸੁਨੇ ਸਨਾਤਨ ਮਤ ਵਾਲੇ ਕਿ ਇਹ ਵੀ ਪੱਥਰ ਪੂਜਕ ਹਨ, ਇਹ ਤਾਂ ਬੁੱਤ ਪ੍ਰਸਤੀ ਨਹੀਂ ਕਰਦੇ, ਇਹ ਤਾਂ ਬੁੱਤ ਸ਼ਿਕਨ ਹਨ, ਇਹ ਤਾਂ ਬੁੱਤਾਂ ਨੂੰ ਪੂਜਣ ਵਾਲੇ ਨਹੀਂ ਹਨ। ਮਨ ਅੰਦਰ ਐਸੀ ਸਾਰੀ ਵਿਚਾਰ ਲੈ ਕੇ ਭਾਈ ਮਰਦਾਨਾ ਸਾਹਿਬ ਜੀ ਦੁਬਾਰਾ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਉੱਥੇ ਆ ਗਏ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਭਾਈ ਮਰਦਾਨਾ ਜੀ ਆ ਗਏ। ਪੂਜਿਤ ਪੇ ਮਨ ਕੋ ਜੋ ਮਨੋਰਥ ਪੂਰਨ ਕੀਨ ਆਬੇ ਕੀ ਬਾਰੀ। ਮਹਾਰਾਜ ਜੀ ਮਨ ਅੰਦਰ ਕਹਿਣ ਲੱਗੇ ਵੀ ਹਾਂ ਮਰਦਾਨਿਆਂ, ਵੀ ਜਿਹੜੇ ਤੇਰੇ ਚਿੱਤ ਦੀ ਚਾਹਨਾ ਸੀ ਕੀ ਉਹ ਪੂਰੀ ਹੋਈ? ਕੈਸੇ ਬੇਲੋਕਨ ਕੀਨ ਕਾਹੋ ਮਰਦਾਨੇ ਤਬੇ ਗੁਰ ਸੋਚਰੇ। ਸਾਰੇ ਬਚਨ ਕਰਕੇ ਮਹਾਰਾਜ ਕਹਿੰਦੇ ਦੱਸੋ ਮਰਦਾਨਾ ਜੀ, ਵੇਖ ਆਇਓ ਅੰਦਰ, ਤੁਸੀਂ ਤੱਕ ਆਇਓ ਸਾਰੇ ਤੁਸੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਚਨ ਕੀਤਾ ਪਾਤਸ਼ਾਹ ਇਹ ਵੀ ਉਸੇ ਤਰ੍ਹਾਂ ਹੀ ਭਾਵ ਪੱਥਰ ਆਦਿਕ ਪੂਜਦੇ ਹਨ, ਜੋ ਜਿਸ ਥਾਂ ਤੇ ਅੰਦਰ ਪਾਕ ਕਾਬੇ ਦੇ ਅੰਦਰ ਸੰਗੇ ਅਸਵਦ ਹੈ, ਜਿਹਦੇ ਜਾ ਕੇ ਇਹ ਪਰਿਕਰਮਾ ਉਸ ਥਾਂ ਤੇ ਕਾਬੇ ਦੀ ਧਰਤੀ ਤੇ ਕਰਦੇ ਹਨ। ਮੰਨਿਆ ਗਿਆ ਕਿ ਮੁਹੰਮਦ ਸਾਹਿਬ ਜੀ ਦੇ ਵੇਲੇ ਕਹਿੰਦੇ ਉਸ ਵਕਤ ਜਿਹੜੀ ਵੱਡੀ ਇਮਾਰਤ ਸੀ ਉਹ ਪੱਥਰ ਹੇਠਾਂ ਡਿੱਗ ਪਿਆ। ਪੱਥਰ ਜਿਸ ਵਕਤ ਸਾਧ ਸੰਗਤ ਜੀ ਉਹ ਹੇਠਾਂ ਡਿੱਗਿਆ ਤੇ ਚਾਰੇ ਫਿਰਕਿਆਂ ਵੱਖ-ਵੱਖ, ਕਿਉਂਕਿ ਇਸਲਾਮ ਮਤ ਦੇ ਅੰਦਰ ਵੀ ਬੜੇ ਫਿਰਕੇ ਨੇ, ਜਿਵੇਂ ਆਪਣੇ ਅੰਦਰ ਵੱਖ-ਵੱਖ ਸੰਪਰਦਾਵਾਂ ਹਨ, ਇਹਨਾਂ ਅੰਦਰ ਵੀ ਵੱਖਰੀਆਂ-ਵੱਖਰੀਆਂ ਕੋਈ ਫਿਰਕੇ ਨੇ। ਫਿਰਕਿਆਂ ਦੇ ਅੰਦਰ ਝਗੜਾ ਇਸ ਗੱਲ ਦਾ ਪੈ ਗਿਆ, ਉਹ ਕਵੇ ਵੀ ਸਾਡਾ ਫਿਰਕਾ ਵੱਡਾ ਹੈ, ਅਸੀਂ ਇਹ ਪੱਥਰ ਚੁੱਕ ਕੇ ਉੱਪਰ ਰੱਖਣਾ ਹੈ। ਦੂਸਰਾ ਫਿਰਕਾ ਆਖੇ ਵੀ ਸਾਡਾ ਫਿਰਕਾ ਵੱਡਾ ਹੈ, ਇਹ ਸਾਡੇ ਕੋਲ, ਅਸੀਂ ਚੁੱਕ ਕੇ ਉੱਪਰ ਰੱਖਣਾ ਹੈ। ਬੜੀ ਇੱਕ ਇਹ ਉਸ ਵਕਤ ਬੜਾ ਇਹ ਲੜਾਈ ਵਾਲਾ ਕੰਮ ਬਣਿਆ। ਕਈ ਰੋਜ਼ ਇਹ ਗੱਲ ਚੱਲਦੀ ਰਹੀ। ਮੁਹੰਮਦ ਸਾਹਿਬ ਦੇ ਵੇਲੇ ਦੀ ਇਹ ਘਟਨਾ ਹੈ ਤੇ ਉਸ ਵਕਤ ਕਹਿੰਦੇ ਨੇ ਮੁਹੰਮਦ ਸਾਹਿਬ ਲੰਘ ਰਹੇ ਸਨ, ਕਹਿੰਦੇ ਕੀ ਗੱਲ ਹੋਈ, ਝਗੜਾ ਕਾਹਦਾ ਹੈ? ਕਹਿੰਦੇ ਜੀ ਇਹ ਝਗੜਾ। ਕਹਿੰਦੇ ਫਿਰ ਐਡਾ ਤਾਂ ਆ ਝਗੜਾ ਹੈ ਕੋਈ ਨਹੀਂ। ਕਹਿੰਦੇ ਜੀ ਉਹ ਕਹਿੰਦਾ ਹੈ ਸਾਡਾ ਫਿਰਕਾ ਰੱਖੇਗਾ, ਦੂਸਰਾ ਕਹਿੰਦਾ ਸਾਡਾ ਫਿਰਕਾ ਰੱਖੇਗਾ। ਮੁਹੰਮਦ ਸਾਹਿਬ ਨੇ ਚਾਦਰ ਵਿਛਾਈ, ਪੱਥਰ ਵਿੱਚ ਰੱਖਿਆ, ਕਹਿੰਦੇ ਚਾਰੇ ਜਣੇ ਚੁੱਕ ਲਵੋ। ਕਹਿੰਦੇ ਚਾਰੇ ਜਣੇ ਚੁੱਕ ਲਵੋ ਤੁਸੀਂ। ਕਹਿੰਦੇ ਇਹ ਜਿਹੜਾ ਝਗੜਾ ਉਸ ਵਕਤ ਉਹਨਾਂ ਨੇ ਇਸ ਪ੍ਰਕਾਰ ਜਿਹੜਾ ਸੀ ਉਹ ਉੱਥੇ ਸੰਪੰਨ ਕੀਤਾ। ਸੰਗੇ ਅਸਵਦ ਜਿਹਦੀ ਜਾ ਕੇ ਇਹ ਸਾਰੇ ਹਾਜੀ ਲੋਕ ਉਸ ਥਾਂ ਤੇ ਪਰਿਕਰਮਾ ਆਦ ਕਰਕੇ ਨਮਸਕਾਰ ਕਰਕੇ ਉਸ ਥਾਂ ਤੋਂ ਆਉਂਦੇ ਹਨ। ਸਵਈਆ ਹੋਨੇ ਹੈ ਅੰਧ ਪਇਓ ਪਿਖ ਤੇ ਇੱਕ ਔਰ ਸੰਦੇਹ ਸੋ ਦੇਹੋ ਮਿਟਾਈ। ਪਾਤਸ਼ਾਹ ਕਹਿੰਦੇ ਸਨ ਵੀ ਜਿਹੜੇ ਅੰਦਰ ਜਾਂਦੇ ਨੇ ਉਹ ਭਾਵ ਉਹਨਾਂ ਨੂੰ ਅੰਦਰ ਕੁਝ ਦਿਖਾਈ ਨਹੀਂ ਦਿੰਦਾ, ਜਿਹੜਾ ਇਹ ਮੇਰੇ ਭਾਵ ਇਹ ਜਿਹੜਾ ਸੰਦੇਹ ਸੀ। ਹਿੰਦੂ ਕੋ ਕਾਪਰ ਕਿਉਂ ਉਚਰੈ ਇਹ ਜਾਣਤ ਹੈ ਨਿਜ ਤੇ ਲਗੁਤਾਈ। ਪਾਤਸ਼ਾਹ ਵੱਡੀ ਜਿਹੜੀ ਗੱਲ ਇਹ ਹੈ, ਇਹ ਆਪਣੇ ਆਪ ਨੂੰ ਸਭ ਤੋਂ ਉੱਤਮ ਤੇ ਬਾਕੀਆਂ ਸਾਰਿਆਂ ਨੂੰ ਕਾਫਰ ਦੱਸਦੇ ਨੇ। ਇਸਲਾਮ ਮਤ ਵਾਲੇ ਬਾਕੀਆਂ ਨੂੰ ਕਾਫਰ ਦੱਸਦੇ ਨੇ। ਪਾਤਸ਼ਾਹ ਇਹ ਆਪਣੇ ਆਪ ਨੂੰ ਉੱਤਮ ਤੇ ਦੂਸਰਿਆਂ ਨੂੰ ਕਾਫਰ ਕਿਉਂ ਦੱਸਦੇ ਹਨ? ਸ਼੍ਰੀ ਗੁਰ ਬੈਨ ਪਾਨੇ ਤਬਈ ਇਹ ਆਪ ਹੀ ਕਾਪਰ ਔਰੋ ਬਤਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਰੱਬ ਤੋਂ ਟੁੱਟੇ ਹੋਏ ਇਹ ਆਪ ਹੀ ਲੋਕ ਕਾਫਰ ਨੇ, ਤੇ ਜਦੋਂ ਕਿ ਦੂਸਰਿਆਂ ਨੂੰ ਕਾਫਰ ਪਏ ਦੱਸਦੇ। ਜਿਵੇਂ ਕੱਲ ਵੀ ਬੇਨਤੀ ਸੀ, ਹਿੰਦੂ ਅੰਨਾ ਤੁਰਕੂ ਕਾਣਾ ਦੂਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾਮ। ਤੇ ਸਿੱਖ ਵੀ ਆਪਾਂ ਨੂੰ ਕਹਿ ਦਵੇ ਹਾਂ ਭਾਈ ਸਾਹਿਬ ਜੀ ਆਪਾਂ ਵੀ ਤਾਂ ਇੱਕ ਥਾਂ ਇਸੇ ਤਰ੍ਹਾਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬੋਲ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਬਾਪੂ ਦੀ ਗੋਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਨੇ ਤਾਂ ਬਚਨ ਕਹੇ
ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮਹਾਰਾਜ ਕਹਿੰਦੇ ਹੋ ਵੀ ਤੇਰੇ ਨਾਲ ਹੈ। ਮਹਾਰਾਜ ਨਾਲ ਕਿਵੇਂ ਹੈ? ਬਹੁਪ ਮਦ ਜਿਉ ਬਾਸ ਬਸਤ ਹੈ, ਮੁਕਰਮਾ ਜੈਸੇ ਛਾਈ। ਫੁੱਲ ਵਿੱਚ ਖੁਸ਼ਬੂ ਹੈ ਨਾ, ਜਿਵੇਂ ਫੁੱਲ ਵਿੱਚ ਖੁਸ਼ਬੂ ਹੈ, ਸ਼ੀਸ਼ੇ ਵਿੱਚ ਪਰਛਾਵਾਂ ਹੈ, ਜਿਹਨੂੰ ਲੱਭਣ ਚੱਲਾ ਹੈ, ਜਿਹਨੂੰ ਇੱਕ ਥਾਂ ਤੇ ਭਾਲਣ ਚੱਲਾ ਹੈ, ਉਹ ਤੇਰੇ ਨਾਲ ਹੈ, ਬਸ ਉਹਨੂੰ ਅੰਦਰ ਤੋਂ ਢੂੰਡ। ਮਹਾਰਾਜ ਕਹਿੰਦੇ ਭਾਈ ਇਹ ਆਪ ਕਾਫਰਾਨਾ। ਹੀਰ ਕਰ ਤਾਰ ਦਇਆ ਤੁਝ ਪੈ, ਨੈ ਅੰਧ ਪਇਓ ਇਹ ਠੌਰ ਦਿਖਾਈ। ਸ਼੍ਰੀ ਕਰਤਾਰ ਮਾਲਕ ਜੀ ਦੀ ਭਾਈ ਮਰਦਾਨਾ ਜੀ ਤੁਹਾਡੇ ਉੱਪਰ ਦਇਆ ਹੈ, ਜੋ ਆਪ ਜੀ ਭਾਵ ਨੇਤਰਹੀਨ ਜਾਂ ਆਪ ਜੀ ਸਾਰੇ ਪਾਸੇ ਦੀਦਾਰ ਕਰ ਆਏ ਹੋ। ਦੋਹਰਾ ਮਰਦਾਨਾ ਬਿਗਸਿਓ ਸੁਨਤ, ਬੈਠ ਰਹੇ ਤੈਂ ਠੌਰ। ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਉਸ ਥਾਏ ਬਚਨ ਸੁਣ ਕਰਕੇ ਕਈ ਰੋਜ਼ ਸਾਧ ਸੰਗਤ ਜੀਓ ਭਾਈ ਮਰਦਾਨਾ ਜੀ ਤਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬੈਠੇ ਰਹੇ ਹਨ। ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਇਹ ਯਾਤਰਾ ਹੈ ਮੱਕੇ ਦੀ, ਵੱਖ-ਵੱਖ ਵਿਦਵਾਨਾਂ ਦੀਆਂ ਆਪੋ ਆਪਣੀਆਂ ਰਾਵਾਂ ਹਨ, ਪਰ ਜਿਹੜਾ ਸਮਾਂ ਹੈ ਇਹ 1518 ਤੋਂ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 1521 ਦੇ ਪੀਰੀਅਡ ਦੇ ਦੌਰਾਨ ਮਹਾਰਾਜ ਉਸ ਥਾਂ ਤੇ ਗਏ ਹਨ, ਜੋ ਅਰਬ ਦੇਸ਼ਾਂ ਦੀ ਯਾਤਰਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੀਤੀ। ਭਾਈ ਮਰਦਾਨਾ ਜੀ ਸੰਗ ਉੱਥੇ ਪਹੁੰਚੇ। ਇਸ ਪ੍ਰਕਾਰ ਬੀਤਿਓ ਦਿਵਸ, ਕਹਤੇ ਜਗ ਸਿਰ ਮੋਰ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀਓ ਦਿਨ ਸ ਬਤੀਤ ਹੋਏ। ਸਵਈਆ ਰਹਿਨ ਪਾਈ ਪੋਨੇ ਆਨ ਜਬੇ, ਤੈ ਥਾਨ ਬਿਕੇ ਗੁਰ ਕੀਨੋ ਹੈ ਡੇਰਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਾਤ ਪਈ ਇੱਕ ਥਾਂ ਡੇਰਾ ਕੀਤਾ। ਦੰਬ ਦਹੇ ਜੈ ਸੋਏ ਰਹੇ, ਤੈ ਤੌਲ ਦਿਸ਼ਾ ਕੀਏ ਪਾਵਨ ਪੈਰਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਪਾਖੰਡਾਂ ਨੂੰ ਦੂਰ ਕਰਨ ਵਾਲੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਤ ਪਈ ਤੇ ਮਹਾਰਾਜ ਜੀਆਂ ਨੇ ਸੌਣਾ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਉਸ ਪਾਸੇ ਨੂੰ ਹੋ ਗਏ ਜਿਹੜੇ ਪਾਸੇ ਪਾਕ ਸਥਾਨ ਕਾਬਾ ਸੀ। ਜਾਮਨੀ ਜਾਮ ਰਹੀ ਜਬਈ, ਇੱਕ ਜੀਵਨ ਨਾਮ ਮੁੱਲਾ ਤਿਨ ਹੀਰਾ। ਜਦੋਂ ਪਹਿਰ ਰਾਤ ਜਿਸ ਵਕਤ ਉਸ ਥਾਂ ਤੇ ਰਹਿ ਗਈ, ਉਹਨਾਂ ਵਿੱਚੋਂ ਇੱਕ ਮੁੱਲਾ ਜਿਹਦਾ ਨਾਮ ਜੀਵਨ ਸੀ, ਜਿਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਹੈ ਕਿ ਜੀਵਨ ਮਾਰੀ ਲੱਤ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਲੱਤ ਮਾਰ ਕੇ ਠਾ ਕੇ ਕਹਿੰਦੇ ਕਿਹੜਾ ਸੁੱਤਾ ਕੁਫਰ ਕੁਫਾਰੀ। ਭਾਈ ਗੁਰਦਾਸ ਸਾਹਿਬ ਜੀ ਇਹਨਾਂ ਇਤਿਹਾਸ ਦੀਆਂ ਸਤਰਾਂ ਨੂੰ ਇਸ ਪ੍ਰਕਾਰ ਦੇ ਨਾਲ ਵਾਰਾਂ ਵਿੱਚ ਲਿਖਦੇ ਹਨ। ਕਹਿੰਦੇ ਉੱਥੇ ਜੀਵਨ ਨਾਮ ਮੁੱਲਾ ਆਇਆ। ਹਿਰਨ ਕੋ ਬੜਨੀ ਤੈ ਆਵਤ, ਕ੍ਰੋਧ ਕਰਾਬੋ ਬੈਨ ਕਠੋਰਾ। ਉਹ ਉਸ ਥਾਂ ਤੇ ਆਇਆ ਹੈ ਝਾੜੂ ਫੇਰਨ ਵਾਸਤੇ। ਉਹ ਰੋਜ਼ਾਨਾ ਉਸ ਥਾਂ ਤੇ ਸੇਵਾ ਵਾਸਤੇ ਝਾੜੂ ਵੱਢਣੀ ਫੇਰਨ ਵਾਸਤੇ ਆਉਂਦਾ ਹੈ, ਸੇਵਾ ਕਰਨ ਵਾਸਤੇ। ਉਹਨੇ ਆਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਨਾਲ ਸੁੱਤਿਆਂ ਹੋਇਆਂ ਵੇਖਿਆ। ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ, ਜੀਵਨ ਅਤਮਤਹੀਨ। ਅਤਿਅੰਤ ਮਤਹੀਨ ਜੀਵਨ ਨੇ ਪ੍ਰਭੂ ਜੀ ਨੂੰ ਲੱਤ ਮਾਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਪ ਸਾਰੇ ਜਗਤ ਦੇ ਨੂੰ ਤਾਰਨ ਦੇ ਵਾਸਤੇ ਜਿਹੜੇ ਆਪ ਮਹਾਰਾਜ ਜੀ ਕੌਤਕ ਪਏ ਰਚਦੇ ਹਨ। ਧੰਨ ਗੁਰੂ ਨਾਨਕ ਲੋਕਾਈ ਨੂੰ ਤਾਰਨ ਵਾਸਤੇ ਪਾਤਸ਼ਾਹ ਆਪ ਉਹਨਾਂ ਦੀਆਂ ਮੂਰਖਾਂ ਦੀਆਂ ਲੱਤਾਂ ਨੂੰ ਸਹਾਰਦੇ ਹਨ। ਕਾਹਦੇ ਵਾਸਤੇ? ਸਤਿਗੁਰੂ ਮਹਾਰਾਜ ਜੀ ਹੋਰ ਲੋਕਾਂ ਨੂੰ ਤਾਰਨ ਵਾਸਤੇ। ਜੀਵਨ ਨਾ ਮੁੱਲਾ ਨੇ ਆਣ ਕੇ ਪਾਤਸ਼ਾਹ ਜੀ ਨੂੰ ਲੱਤ ਮਾਰੀ। ਉਹ ਬੋਲਤ ਦੁਰਬਚਨ ਕੋ,
ਔਰ ਨਰਨ ਸਮਚੀਨ। ਕਹਿੰਦੇ ਹੋਰਨਾਂ ਲੋਕਾਂ ਵਾਂਗ ਜਾਣਦਿਆਂ ਪਾਤਸ਼ਾਹ ਜੀਆਂ ਨੂੰ ਭੈੜੇ ਬਚਨ ਕਰਨ ਲੱਗਾ, ਦੁਰਬਚਨ। ਸਤਿਗੁਰੂ ਜੀਆਂ ਨੂੰ ਪਿਆਰ ਸਹਿਤ ਨਹੀਂ ਬਲਕਿ ਉਹ ਉੱਚਾ ਬੋਲਣ ਲੱਗਾ। ਕਬਿਤ ਕਿਤੋਂ ਤੇ ਆਏ ਉਹ ਹੈ ਅਤੇ ਅਨਜਾਨ ਤੇਰੀ। ਤੁਸੀਂ ਕਿਸ ਪਾਸੇ ਤੋਂ ਆਇਓ, ਤੁਹਾਡੀ ਮਤ ਅਣਜਾਣ ਹੈ। ਇੱਕੋ ਦਮ ਕ੍ਰੋਧ ਵਿੱਚ ਆਣ ਕੇ, ਗੁੱਸੇ ਵਿੱਚ ਆਣ ਕੇ ਲੱਗੇ ਕਹਿਣ, ਕਿਹੜੇ ਪਾਸਿਓਂ ਤੁਸੀਂ ਆਏ ਹੋ? ਮੰਦਰ ਰਸੂਲ ਦਿਸ਼ ਚਰਨ ਪਸਾਰੇ ਤੁਸਾਂ ਉਸ ਪਾਸੇ ਨੂੰ ਲੱਤਾਂ ਪਸਾਰੀਆਂ ਹਨ। ਕੌਣ ਹੈ ਈਮਾਨ ਤੇਰੋ ਹਿੰਦੂ ਕਹਿ ਤੁਰਕ ਟੇਰੋ। ਮੈਨੂੰ ਪਹਿਲਾਂ ਤੇ ਤੂੰ ਇਹ ਦੱਸ, ਤੇਰਾ ਈਮਾਨ ਕਿਹੜਾ ਹੈ? ਤੂੰ ਹੈ ਕਿ ਤੂੰ ਤੁਰਕ ਹੈ? ਤੇਰੇ ਪਤਾ ਨਹੀਂ ਲੱਗਦਾ ਤੇਰੇ ਲਿਬਾਸ ਤੋਂ। ਉੱਠ ਕੇ ਨਿਕਸ ਦਿਨ ਤੋਏ ਦੁੱਖ ਵਾਰੇ ਕਹਿੰਦੇ ਉੱਠ ਕੇ ਤੂੰ ਇਸ ਥਾਂ ਤੋਂ ਚਲਾ ਜਾ, ਨਹੀਂ ਤਾਂ ਤੈਨੂੰ ਦਿਨ ਵਿੱਚ ਹੋਰ ਵੀ ਵੱਡੇ ਦੁੱਖ ਦੇਖਣੇ ਪੈਣਗੇ। ਐਸੇ ਥਾਨ ਕੌਣ ਕਾਜ ਆਇਓ ਤੈਨੀ ਲਾਜ ਦੂਰ। ਇਹਨਾਂ ਥਾਵਾਂ ਤੇ ਆਣ ਕੇ ਅਜਿਹਾ ਕੌਣ ਅਜਿਹਾ ਕਰਦਾ ਹੈ ਜੋ ਤੂੰ ਇੱਥੇ ਕੀਤਾ ਹੈ? ਜਾਨੀ ਨਾ ਸਿਫਤ ਜੋ ਮੁਹੰਮਦ ਬਿਸਾਰੇ ਜੋ ਮੁਹੰਮਦ ਸਾਹਿਬ ਰਸੂਲ ਮੁਹੰਮਦ ਸਾਹਿਬ ਜੀਆਂ ਨੇ ਸਿਫਤ ਕੀਤੀ, ਤੂੰ ਉਹ ਬਸਾਰ ਦਿੱਤੀ ਹੈ। ਸ਼੍ਰੋਨ ਸੁਨ ਬੈਨ ਗੁਣ ਐਨ ਗਤ ਦੈਨ ਬੋਲੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹਿਲਾਂ ਸਾਰੀ ਗੱਲ ਸੁਣਦੇ ਹਨ ਪਿਆਰ ਨਾਲ। ਸਤਿਗੁਰੂ ਮਹਾਰਾਜ ਜੀਆਂ ਨੇ ਉਹਨੂੰ ਬੋਲਣ ਦਿੱਤਾ, ਭਾਈ ਤੂੰ ਬੋਲ ਲੈ ਜੋ ਤੂੰ ਆਇਆ ਹੈ। ਜੀਵਨ ਨਾਮ ਮੁੱਲਾ ਬੋਲੀ ਗਿਆ, ਸਾਰੀ ਉਹਨੇ ਗੱਲ ਕਰ ਦਿੱਤੀ ਗੁੱਸੇ ਵਿੱਚ। ਇਹਨੇ ਲੱਤ ਹੀ ਮਾਰ ਦਿੱਤੀ, ਹੋਰ ਉਹਨੇ ਆਪਣੇ ਰਸਨਾ ਤੋਂ ਕਿਹੜਾ ਮਿੱਠੇ ਬੋਲ ਬੋਲਣੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੋਲਦੇ ਹਨ, ਚਲਤ ਚਲਤ ਮਗ ਪਗ ਹਮ ਹਾਰੇ। ਮਹਾਰਾਜ ਕਹਿੰਦੇ ਭਾਈ ਚਲਦਿਆਂ ਚਲਦਿਆਂ ਸਾਨੂੰ ਥਕਾਵਟ ਹੋ ਗਈ। ਰਸਤਾ ਲੰਬੇਰਾ ਸੀ, ਪੰਧ ਲੰਬੇਰਾ ਸੀ, ਚਲਦਿਆਂ ਚਲਦਿਆਂ ਅਸੀਂ ਥੱਕ ਗਏ ਸਾਂ। ਕਬਿਤ ਚੱਲੇ ਪੰਥ ਪਇਓ ਸ਼ਰਮ ਥਾਕ ਪਏ ਬੇਬਲ। ਕਹਿੰਦੇ ਬੜਾ ਲੰਮੇਰਾ ਪੰਧ ਸੀ, ਥੱਕ ਗਏ ਹਾਂ, ਬੇਬਲ ਹੋ ਗਏ ਹਾਂ। ਕਉ ਸੁਧਰਈ ਨਾਏ ਪੈਰ ਕਿਤ ਕੀਜੀਏ। ਮਹਾਰਾਜ ਕਹਿੰਦੇ ਥੱਕੇ ਹੋਏ ਸਾਂ, ਪਤਾ ਨਹੀਂ ਲੱਗਾ ਪੈਰ ਕਿਹੜੇ ਪਾਸੇ ਨੂੰ ਕਰੀਏ, ਚਰਨ ਕਿਹੜੇ ਪਾਸੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਤਾ ਨਹੀਂ ਲੱਗਾ, ਮੈਂ ਆਪਣੇ ਪੈਰ ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਹਿੰਦੇ ਉਸ ਪਾਸੇ ਨੂੰ ਹੋਏ। ਮਹਾਰਾਜ ਕਹਿੰਦੇ ਪਤਾ ਨਹੀਂ ਲੱਗਾ ਇਹ ਕਿਹੜੇ ਵੇਲੇ ਕਿਸ ਪਾਸੇ ਹੋਏ ਹਨ। ਭਇਓ ਅਨਜਾਨ ਦੋਸ਼ ਜਾਂ ਤੇ ਕੀਜੇ ਥੋਰੋ ਰੋਸ। ਕਹਿੰਦੇ ਮੁੱਲਾ ਜੀ ਥੋੜਾ ਰੋਸ ਕਰੋ, ਕੋਈ ਗੱਲ ਨਹੀਂ, ਠੰਡੇ ਹੋਵੋ, ਥੋੜਾ ਰੋਸ ਕਰੋ, ਮੈਂ ਅਣਜਾਣ ਸਾਂ। ਐਸੋ ਅਬ ਕੀਜੇ ਮਮ ਚਰਨ ਗਹੀ ਜੀਏ। ਪਾਤਸ਼ਾਹ ਜੀ ਕੌਤਕ ਰਚਾਉਂਦੇ ਮਹਾਰਾਜ ਕਹਿੰਦੇ ਜਿੱਦਾਂ ਤੁਹਾਡਾ ਚਿੱਤ ਕਰਦਾ ਹੈ ਤੁਸੀਂ ਇੱਕ ਕੰਮ ਕਰੋ। ਉੱਠਨੇ ਕੋ ਜੋਰ ਨਾਏ ਜਾਂ ਤੇ ਕਹੋ ਤੁਝ ਪਾਏ। ਮਹਾਰਾਜ ਕਹਿੰਦੇ ਮੈਂ ਥੱਕ ਗਿਆ ਹਾਂ, ਉੱਠਣਾ ਹੁਣ ਮੈਂ ਚਾਹੁੰਦਾ ਹਾਂ ਪਰ ਉੱਠਿਆ ਜਾਂਦਾ ਨਹੀਂ, ਲੈ ਮੈਂ ਤੈਨੂੰ ਕਹਿਣਾ ਹਾਂ ਐਚੋ ਨਿਜ ਹਾਥ ਸੰਗ ਔਰੋ ਦੇਸ਼ ਕੀਜੀਏ। ਮਹਾਰਾਜ ਕਹਿੰਦੇ ਭਾਈ ਲੈ ਤੂੰ ਹੁਣ ਆਪ ਮੇਰੀਆਂ ਲੱਤਾਂ ਨੂੰ ਦੂਸਰੇ ਪਾਸੇ ਕਰ ਦੇ। ਆਏ ਪਰਦੇਸੀ ਨਹਿ ਜਾਣੇ ਹਮ ਬਾਤ ਐਸੀ। ਮਹਾਰਾਜ ਕਹਿੰਦੇ ਸੀ ਪਰਦੇਸੀ ਆਏ ਹਾਂ, ਦੂਰ ਦਰਾਡੇ ਤੋਂ ਆਏ ਹਾਂ, ਸਾਨੂੰ ਇਸ ਬਾਤ ਦਾ ਨਹੀਂ ਸੀ ਪਤਾ। ਜੈਸੀ ਪਾਵੇ ਤੈਸੀ ਕਰ ਚਿੱਤ ਮੈਂ ਨਾ ਖੀਜੀਏ। ਜਿੱਦਾਂ ਤੈਨੂੰ ਪਾਉਂਦਾ ਹੈ ਤੂੰ ਉਸੇ ਤਰ੍ਹਾਂ ਕਰ, ਚਿੱਤ ਵਿੱਚ ਖਿਜ ਨਾ, ਤੂੰ ਰੋਸ ਨਾ ਕਰ, ਆਪਣੇ ਹਿਰਦੇ ਵਿੱਚੋਂ ਇਹ ਗੁੱਸਾ ਉਤਾਰ ਦੇ। ਤੂੰ ਆਪਣੇ ਚਿੱਤ ਵਿੱਚ ਖਿਜ ਨਾ, ਜਿੱਦਾਂ ਤੈਨੂੰ ਠੀਕ ਲੱਗਦਾ ਹੈ ਉਦਾਂ ਤੂੰ ਕਰ। ਦੋਹਰਾ ਜਿਤ ਦਿਸ਼ ਨਹੀਂ ਖੁਦਾਏ ਕਰ ਤੈਂ ਜਾਣਿਓ ਮਨ ਮਾਏ। ਮਹਾਰਾਜ ਕਹਿੰਦੇ ਜਿਹੜੇ ਪਾਸੇ ਖੁਦਾ ਨਹੀਂ ਹੈ, ਜਿਹੜੇ ਪਾਸੇ ਖੁਦਾ ਦਾ ਘਰ ਨਹੀਂ ਹੈ, ਜਿੱਦਾਂ ਤੈਨੂੰ ਜਾਪਦਾ ਹੈ ਤੂੰ ਮੇਰੀਆਂ ਲੱਤਾਂ ਉਸ ਪਾਸੇ ਨੂੰ, ਮੁਬਾਰਕ ਚਰਨ ਉਸ ਪਾਸੇ ਨੂੰ ਕਰ ਦੇ। ਮਹਾਰਾਜ ਜੀ ਕਹਿੰਦੇ ਹਨ ਕਰੋ ਮੁਲਾਨੇ ਤਿਤ ਦਿਸ਼ਾ ਪਰਜਤ ਤੁਝ ਕੋ ਨਾਏ। ਮਹਾਰਾਜ ਕਹਿੰਦੇ ਹੇ ਮੁੱਲਾ ਜੀ, ਹੇ ਜੀਵਨ ਜੀ, ਤੁਸੀਂ ਉਸੇ ਪਾਸੇ ਨੂੰ ਕਰ ਦਿਓ। ਲੋ ਮੈਂ ਤੁਹਾਨੂੰ ਨਹੀਂ ਰੋਕਦਾ, ਮੈਂ ਤੁਹਾਨੂੰ ਨਹੀਂ ਹਟਾਉਂਦਾ। ਕਬਿਤ
ਫੁੱਲਾਂ ਰਿਸ ਕੀਨੀ ਗੈ ਲੀਨੋ ਹੈ ਚਰਨ ਗੁਰ। ਮੁੱਲਾ ਨੇ ਬਸ ਸੁਣਦਿਆਂ ਸਾਰ ਉਹਨਾਂ ਇੱਕੋ ਦਮ ਮਨ ਦੇ ਅੰਦਰ ਬੜਾ ਗੁੱਸਾ ਸੀ ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਸੁਣਦਿਆਂ। ਬਲ ਸੋ ਕਸੀਟ ਔਰ ਦਿਸ਼ਾ ਪਰਮਾਏ। ਬੜੇ ਬਲ ਦੇ ਨਾਲ ਗੁੱਸੇ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮੁਬਾਰਕ ਚਰਨਾਂ ਤੋਂ ਪਕੜ ਕੇ ਘਸੀਟਿਆ ਹੈ, ਟੰਗੋ ਪਕੜ ਘਸੀਟਿਆ। ਇੱਕੋ ਦਮ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਮੁਬਾਰਕ ਚਰਨਾਂ ਤੋਂ ਪਕੜ ਕੇ ਤੇ ਮੁੱਖੋਂ ਕਹਿੰਦਾ ਕਿਹੜਾ ਸੁੱਤਾ ਕੁਫਰ ਕੁਫਾਰੀ। ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਇਹ ਬੋਲ ਕਹੇ। ਮਹਾਰਾਜ ਜੀਆਂ ਨੂੰ ਖਿੱਚਣ ਲੱਗਾ। ਕਾਬਾ ਸੰਗ ਚਲਿਓ ਨੀਰ ਨੋਕਾ ਜਿਮ ਹਲਿਓ ਤਬ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਉਦਾਹਰਣ ਦਿੰਦੇ ਹਨ, ਕਹਿੰਦੇ ਜਿਵੇਂ ਨਦੀ ਦੇ ਅੰਦਰ ਕਿਸ਼ਤੀ ਹੋਵੇ, ਜਿਵੇਂ ਉਹ ਪਾਣੀ ਦੇ ਅੰਦਰ ਇੱਕੋ ਦਮ ਘੁੰਮ ਜਾਵੇ, ਜਿਹੜੇ ਪਾਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਪਿਆ ਕਰਦਾ ਹੈ ਉਸੇ ਪਾਸੇ ਨੂੰ ਕਾਬਾ ਪਿਆ ਘੁੰਮਦਾ ਹੈ। ਸਤਿ ਸ੍ਰੀ ਅਕਾਲ। ਜਿਹੜੇ ਪਾਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਪਿਆ ਕਰਦਾ ਹੈ ਉਸੇ ਪਾਸੇ ਨੂੰ ਕਾਬਾ ਇਸ ਪ੍ਰਕਾਰ ਨਾਲ ਘੁੰਮਿਆ ਜਿਵੇਂ ਨੀਰ ਦੇ ਅੰਦਰ, ਨਦੀ ਦੇ ਅੰਦਰ ਕਿਸ਼ਤੀ ਘੁੰਮਦੀ ਹੋਵੇ। ਪਇਓ ਥਿਰ ਜਾਏ ਜਿਤ ਚਰਨ ਸੁਹਾਏ। ਕਹਿੰਦੇ ਜਿੱਥੇ ਚਰਨ ਸੁਹਾਉਂਦੇ ਹਨ, ਜਿੱਥੇ ਚਰਨ ਰੋਕਦਾ ਹੈ ਉੱਥੇ ਉਹ ਕਾਬਾ ਰੁਕ ਜਾਂਦਾ ਹੈ। ਇਹ ਕੀ ਅਚਰਜ ਖੇਡ ਵਾਪਰੀ ਹੈ। ਹਟਿਓ ਜਬ ਦੇਖਿਓ ਜਿਤ ਪੱਗ ਤਿਤ ਕਾਬਾ ਗਇਓ। ਜਦੋਂ ਹਟਿਆ ਤੇ ਉਹਨੇ ਵੇਖਿਆ, ਅਗਾ ਉਤਾਂ ਨੂੰ ਹੋ ਕੇ ਵੇਖਿਆ ਵੀ ਕਾਬਾ ਕਿਹੜੇ ਪਾਸੇ ਹੈ। ਜਦੋਂ ਉਹਨੇ ਤੱਕਿਆ ਹੈ, ਮੂੜ ਮਤ ਬਿਸਮ ਨਾ ਕਛੂ ਜਾਣ ਪਾਏ। ਮੂਰਖ ਮਤ ਇਹ ਗੱਲਾਂ ਨੂੰ ਨਹੀਂ ਜਾਣ ਸਕਿਆ। ਹਾਥ ਬਿਕੇ ਪਾਏ ਜਿਉ ਜਿਉ ਹੋਤ ਹੈ ਡੋਲਾਏ ਮਾਨ। ਜਿਵੇਂ ਜਿਹੜੇ ਪਾਸੇ ਨੂੰ ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਖਿੱਚਦਾ ਹੈ ਉਸੇ ਪਾਸੇ ਨੂੰ ਜਦੋਂ ਕਾਬਾ ਹੋਇਆ, ਤਿਉ ਤਿਉ ਤੋਲ ਸੰਗ ਸੋ ਮੁਨਾਰਨ ਡੋਲਾਏ। ਉਸੇ ਤਰ੍ਹਾਂ ਮੁਨਾਰਿਆਂ ਦੇ ਨਾਲ ਉਹ ਇਮਾਰਤਾਂ ਘੁੰਮੀਆਂ। ਸਵਈਆ ਲੱਜਤ ਹੋਏ ਗਇਓ ਤਬ ਜੀਵਨ, ਭੇਦ ਕੋ ਜਾਣਤ ਹੈ ਨਾ ਗਵਾਰਾ। ਇੱਕੋ ਦਮ ਮਨ ਦੇ ਅੰਦਰ ਵੇਖ ਕੇ ਬੜਾ ਸ਼ਰਮਸ਼ਾਰ ਹੋਇਆ, ਬੜਾ ਲੱਜਤ ਹੋਇਆ, ਬੜਾ ਹੈਰਾਨ ਹੋਇਆ ਵੀ ਇਹ ਕੀ ਵਾਪਰਿਆ ਹੈ। ਅਜੇ ਦਿਨ ਦਾ ਚੜ੍ਹਾਅ ਨਹੀਂ ਹੋਇਆ, ਇਹ ਸਾਰੀ ਜਿਹੜੀ ਘਟਨਾ ਹੈ ਅਜੇ ਪਹਿਰ ਰਾਤ ਰਹਿੰਦੀ ਹੈ। ਜਦੋਂ ਇਹ ਸਾਧ ਸੰਗਤ ਜੀ ਉਹ ਘਟਨਾ ਵਾਪਰੀ, ਬੜਾ ਇਹ ਲੱਜਤ ਹੋਇਆ। ਤੋਰ ਦਾਏ ਪਦ ਕਾਬਾ ਪਇਓ ਥਿਰ, ਪੰਦ ਮਤੀ ਕੀਏ ਕ੍ਰੋਧੇ ਆਪਾਰਾ। ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਨੂੰ ਛੱਡ ਕੇ ਕਾਬਾ ਪਇਓ ਥਿਰ। ਕਾਬਾ ਉਸ ਥਾਂ ਤੇ ਥਿਰ ਹੋਇਆ। ਮੰਦ ਮਤੀ ਕਿਆ ਕ੍ਰੋਧ ਅਪਾਰਾ। ਮਹਾਰਾਜ ਜੀਆਂ ਦੇ ਉੱਪਰ ਇਹਨੇ ਹੋਰ ਵੀ ਕ੍ਰੋਧ ਕੀਤਾ। ਕੋ ਚਾਲੇ ਨਾ ਜਾਬੇ ਬਸ ਤਾਂ ਛਿਨ, ਪੂਰ ਕਠੋਰ ਹੋਏ ਬਚਨੀ ਉਚਾਰਾ। ਤੇ ਜਦੋਂ ਹੁਣ ਹੋਰ ਕੋਈ ਵਸ ਨਾ ਚੱਲਿਆ ਇਹਦਾ, ਇਹਨੇ ਹੁਣ ਹੋਰ ਵੀ ਕਠੋਰ ਬਚਨ ਕਹੇ। ਪੂਰਨ